ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਕੁਝ ਪ੍ਰਾਈਮ ਮੁੱਦੇ। ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਉਵੇਂ ਪੰਜਾਬ ਦੇ ਅੰਦਰ ਰਾਜਨੀਤਿਕ ਪਾਰਾ ਲਗਾਤਾਰ ਤਾਣ ਚੜ੍ਹਦਾ ਜਾ ਰਿਹਾ। ਕੱਲ ਨਵਜੋਤ ਸਿੰਘ ਸਿੱਧੂ ਨੇ ਡਰੱਗ ਤਸਕਰੀ ਦੇ ਮਾਮਲੇ ਤੇ ਪੰਜਾਬ ਦੇ ਡੀਜੀਪੀ ਨੂੰ ਸਵਾਲ ਕੀਤਾ ਕਿ ਤੁਸੀਂ ਮਜੀਠੀਏ ਦੇ ਮਾਮਲੇ ਤੇ ਕੀ ਕੀਤਾ, ਤਾਂ ਸਿਆਸਤ ਇੱਕਦਮ ਗਰਮਾ ਗਈ। ਵਿਕਰਮ ਸਿੰਘ ਮਜੀਠੀਏ ਨੇ ਇਸ ਦਾ ਜਵਾਬ ਤੱਥਾਂ ਦੇ ਆਧਾਰਿਤ ਦੇਣ ਦੀ ਜਗ੍ਹਾ ਦੇ ਉੱਪਰ ਨਵਜੋਤ ਸਿੰਘ ਸਿੱਧੂ ਦੇ ਮਾਨਸਿਕ ਰੋਗੀ ਹੋਣ ਦੇ ਇਲਜ਼ਾਮ ਲਗਾਏ। ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਉਹਨਾਂ ਦਾ ਮਾਨਸਿਕਤਾ ਦੇ ਡਾਕਟਰ ਤੋਂ ਜਿਹੜਾ ਇਲਾਜ ਕਰਵਾਉਣਾ ਚਾਹੀਦਾ ਹੈ। ਤੇ ਉਧਰ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਜਵਾਬ ਇੱਕ ਵਾਰ ਫਿਰ ਤੋਂ ਤੱਥਾਂ ਦੇ ਆਧਾਰ ਤੇ ਦਿੱਤਾ, ਮੁੱਦੇ ਦੇ ਆਧਾਰ ਤੇ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਟਵੀਟ ਕੀਤਾ ਹੈ, ਉਹਦੇ ਵਿੱਚ ਲਿਖਦੇ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੀ ਘਟਨਾ ਪਿੱਛੇ ਬਾਦਲਾਂ ਦੀ ਰਾਜਨੀਤਿਕ ਦਖਲ ਅੰਦਾਜ਼ੀ ਤੇ ਵੋਟਾਂ ਦਾ ਧਰੂਵੀਕਰਨ ਹੈ। ਚੋਣਾਂ ਵਿੱਚ ਵਰਤਨ ਕਰਕੇ 2007 ਤੋਂ ਲੈ ਕੇ 2014 ਤੱਕ ਡੇਰਾ ਸਾਧ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਅਦਾਲਤ 'ਚ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ ਤੇ ਉਲਟਾ ਉਸ ਖਿਲਾਫ ਦਰਜ ਹੋਈ FIR ਨੂੰ ਰੱਦ ਕਰਨ ਦੇ ਹੁਕਮ ਦਿੱਤੇ। ਯਾਨੀ ਇੱਕ ਵਾਰ ਫਿਰ ਤੋਂ ਮਜੀਠੀਆ ਅਤੇ ਅਕਾਲੀ ਦਲ ਦੇ ਹੋਰ ਲੀਡਰਾਂ ਦਾ ਅਤੇ ਨਵਜੋਤ ਸਿੰਘ ਸਿੱਧੂ ਦਾ ਆਪਸੀ ਭੇੜ ਹੁੰਦਾ ਲਗਾਤਾਰ ਦਿਖਾਈ ਦੇ ਰਿਹਾ। ਇਸ ਤੇ ਵੀ ਵਿਚਾਰ ਚਰਚਾ ਕਰਾਂਗੇ, ਪਰ ਉਸ ਤੋਂ ਬਾਅਦ ਵਿਚਾਰ ਚਰਚਾ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਝੁਕਦੇ ਦਿਖਾਈ ਦੇ ਰਹੇ ਨੇ, ਕਿਉਂਕਿ ਅਸ਼ਵਨੀ ਸੇਖੜੀ ਜਿਹੜੇ ਬਟਾਲਾ ਤੋਂ ਕਾਂਗਰਸ ਦੇ ਸੀਨੀਅਰ ਲੀਡਰ ਨੇ, ਉਹਨਾਂ ਨੇ ਲਗਾਤਾਰ ਇਲਜ਼ਾਮ ਲਗਾਏ ਸੀ ਕਿ ਤ੍ਰਿਪਤ ਰਜਿੰਦਰ ਬਾਜਵਾ ਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਮੈਨੂੰ ਅੱਖੋਂ ਪਰੋਖੇ ਕਰ ਰਹੇ ਨੇ, ਮੇਰਾ ਸਿਆਸੀ ਤੌਰ ਤੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਸਾਰਿਆਂ ਦੇ ਵੱਲੋਂ ਰਲ ਕੇ। ਤੇ ਖਬਰਾਂ ਉੱਡੀਆਂ ਸੀ, ਅਸੀਂ ਵੀ ਆਪਣੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਭਲਕੇ ਅਸ਼ਵਨੀ ਸੇਖੜੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ 'ਚ ਸ਼ਾਮਿਲ ਹੋ ਸਕਦੇ ਆ। ਪਰ ਉਸ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਫੋਨ ਕਰਕੇ ਮਨਾਇਆ। ਵੱਡੇ ਵੱਡੇ ਲੀਡਰ ਉਹਨਾਂ ਦੇ ਘਰੇ ਪਹੁੰਚੇ। ਕੌਣ ਉਹਨਾਂ ਦੇ ਘਰੇ ਪਹੁੰਚੇ ਨੇ, ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨਾਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਤੇ ਬਾਅਦ 'ਚ ਕਰਦੇ ਹਾਂ ਵਿਚਾਰ ਚਰਚਾ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਈਏ ਕਿ ਪ੍ਰਾਈਮ ਮੁੱਦਾ ਦੇ ਵਿੱਚ ਅੱਗੇ ਮੇਰੇ ਨਾਲ ਡਾਕਟਰ ਭੀਮਿੰਦਰ ਦੀ ਜਗ੍ਹਾ ਤੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜਦੇ ਨੇ, ਕਿਉਂਕਿ ਡਾਕਟਰ ਭੀਮਿੰਦਰ ਜੀ ਸਵੇਰ ਦਾ ਪ੍ਰੋਗਰਾਮ ਕਰਦੇ ਨੇ ਤੇ ਅਣਖੀ ਸਾਹਿਬ ਨੂੰ ਕੁਝ ਪਰਿਵਾਰਕ ਰੁਝੇਵੇਂ ਹੋਣ ਦੇ ਕਰਕੇ ਉਹ ਅੱਜ ਹਾਜ਼ਰੀ ਨਹੀਂ ਲਵਾ ਸਕੇ, ਤੇ ਜਿਸ ਦੇ ਕਰਕੇ ਡਾਕਟਰ ਭੀਮਿੰਦਰ ਜੀ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਨੇ। ਸਵੇਰ ਤੋਂ ਬਾਅਦ ਸ਼ਾਮ ਨੂੰ ਇੱਕ ਵਾਰ ਫਿਰ ਤੋਂ ਤੁਹਾਡੇ ਮੁਖਾਤਿਬ ਹੋਏ ਨੇ। ਡਾਕਟਰ ਸਾਹਿਬ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਮੁੱਦਿਆਂ ਦੇ ਆਧਾਰ ਤੇ, ਤੱਥਾਂ ਦੇ ਆਧਾਰ ਤੇ ਗੱਲ ਕਰਦਾ ਹੈ, ਤਾਂ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਉਸਦੇ ਮਾਨਸਿਕ ਰੋਗੀ ਹੋਣ ਦਾ ਇਲਜ਼ਾਮ ਲਗਾਉਂਦਾ ਹੈ। ਕਾਂਗਰਸ ਨੂੰ ਕਹਿੰਦਾ ਕਿ ਮਾਨਸਿਕ ਰੋਗਾਂ ਦੇ ਮਾਹਿਰ ਤੋਂ, ਡਾਕਟਰ ਤੋਂ ਇਸ ਦਾ ਇਲਾਜ ਕਰਵਾਇਆ ਜਾਵੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹਿੰਦਾ। ਕਿਵੇਂ ਦੇਖਦੇ ਆ, ਪਹਿਲਾਂ ਇਸ ਤੇ ਇਹਨਾਂ ਦੇ ਭੇੜ ਨੂੰ ਕਿਵੇਂ ਦੇਖਦੇ ਹੋ, ਤੇ ਬਾਅਦ 'ਚ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਉਹ ਤੇ ਵੀ ਆਉਂਦੇ ਆ, ਕਿਵੇਂ ਦੇਖਦੇ ਹੋ ਇਹਨਾਂ ਦੋਵਾਂ ਦੇ ਭੇੜ ਨੂੰ? ਸੁਖਵਿੰਦਰ ਜੀ, ਜਦੋਂ ਤੁਹਾਡੇ ਕੋਲੇ ਕੋਈ ਤਰਕ ਨਾ ਬਚੇ, ਕੋਈ ਲੌਜਿਕ ਨਾ ਬਚੇ ਔਰ ਕੋਈ ਤੱਥ ਨਾ ਬਚਣ, ਤਾਂ ਤੁਸੀਂ ਇਦਾਂ ਦੀ ਭਾਸ਼ਾ ਵਰਤਦੇ ਹੋ। ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਜਿਹਨੂੰ ਕਹਿ ਸਕਦੇ ਹਾਂ ਕਿ ਬਚਕਾਨਾ ਭਾਸ਼ਾ ਮਜੀਠੀਆ ਸਾਹਿਬ ਨੇ ਵਰਤੀ ਹੈ, ਜਿਹੜੀ ਕਿ ਕੋਈ ਇਹ ਸਿਆਸੀ ਭਾਸ਼ਾ ਨਹੀਂ ਹੈ, ਇਹ ਕੋਈ ਪੋਲੀਟੀਕਲ ਭਾਸ਼ਾ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਵੱਖ-ਵੱਖ ਪੋਲਿਟਿਕਸ ਦੇ ਵਿੱਚ, ਖਾਸ ਤੌਰ ਤੇ ਵੱਖ-ਵੱਖ ਪਾਰਟੀਆਂ ਦੇ ਵਿੱਚ ਗੁਜ਼ਰਦੇ ਹੋ ਔਰ ਉਹਨਾਂ ਦੀ ਇੱਕ ਆਪਣੀ ਸੋਚ ਹੁੰਦੀ ਹੈ, ਵਿਚਾਰਧਾਰਾ ਹੁੰਦੀ ਹੈ, ਤੁਹਾਨੂੰ ਉਸ ਵਿਚਾਰਧਾਰਾ ਦੇ ਮੁਤਾਬਕ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਣੇ ਜਾਂ ਇੱਕ ਦੂਜੇ ਦਾ ਜਿਹੜਾ ਜਵਾਬ ਦੇਣਾ ਉਹ ਚਾਹੀਦਾ ਹੁੰਦਾ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਦਾ ਮਤਲਬ ਹੁੰਦਾ ਕਿ ਫੈਕਟਸ ਦੇ ਆਧਾਰ ਤੇ ਅੱਜ ਜਿਹੜੀ ਪੋਲਿਟਿਕਸ ਮੰਗ ਕਰਦੀ ਹੈ ਪੰਜਾਬ ਦੀ, ਉਹ ਤੱਥਾਂ ਦੇ ਆਧਾਰਿਤ ਪੋਲਿਟਿਕਸ ਦੀ ਮੰਗ ਕਰਦੀ ਹੈ। ਔਰ ਸਿਰਫ ਤੱਥਾਂ ਦੇ ਆਧਾਰ ਤੇ ਨਹੀਂ ਹੈ, ਸਗੋਂ ਜਿਹੜੇ ਲੋਕ ਉਹਨਾਂ ਤੱਥਾਂ ਦੇ ਉੱਤੇ ਪਹਿਰਾ ਦੇਣ ਵਾਲੇ ਔਰ ਲੋਕਾਂ ਦੀ ਨਬਜ਼ ਨੂੰ ਸਮਝਣ ਵਾਲੇ, ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਸੰਕਟ ਹੈ, ਚਾਹੇ ਉਹ ਆਰਥਿਕ ਸੰਕਟ ਹੈ, ਚਾਹੇ ਪੋਲੀਟੀਕਲ ਸੰਕਟ ਹੈ, ਚਾਹੇ ਧਾਰਮਿਕ ਸੰਕਟ ਹੈ, ਚਾਹੇ ਵੱਖ-ਵੱਖ ਜਿਹੜੇ ਬੁਨਿਆਦੀ ਸੰਕਟ ਨੇ ਪੰਜਾਬ ਦੇ, ਉਹਨਾਂ ਨੂੰ ਕੌਣ ਗਹਿਰਾਈ ਦੇ ਨਾਲ ਸੋਚਦਾ ਹੈ, ਸਮਝਦਾ ਹੈ ਔਰ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਇਸ ਕਰਕੇ ਉੱਦਾਂ ਦੀ ਪੋਲਿਟਿਕਸ ਦੀ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਟਵੀਟ ਆ ਰਿਹਾ ਔਰ ਦੂਜੇ ਪਾਸੇ ਮਜੀਠੀਆ ਸਾਹਿਬ, ਜਦੋਂ ਅਸੀਂ ਇਹਨਾਂ ਦੀ ਦੋਵਾਂ ਦੀ ਤੁਲਨਾ ਕਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਇੱਥੋਂ ਪਤਾ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ, ਜਿਵੇਂ ਉਹਨਾਂ ਨੇ ਖਾਸ ਤੌਰ ਤੇ ਡੇਰਾ ਪ੍ਰੇਮੀਆਂ ਬਾਰੇ ਜਾਂ ਡੇਰਾ ਸਾਧ ਬਾਰੇ ਜਿਹੜੀ ਗੱਲਬਾਤ ਕੀਤੀ ਆ ਔਰ ਫੈਕਟਸ ਦਿੱਤੇ ਨੇ ਅੱਜ, ਉਹਦੇ ਤੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀਆਂ ਸਮੱਸਿਆਵਾਂ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਗਹਿਰਾਈ ਦੇ ਨਾਲ ਜੁੜੇ ਹੋਏ ਨੇ ਔਰ ਇਕੱਲੀ ਚੀਜ਼ ਦੀ ਉਹ ਜਿਹੜੀ ਹੈਗੀ ਸਮਝ ਰੱਖਦੇ ਨੇ। ਖਾਸ ਤੌਰ ਤੇ ਜਿਹੜੀ ਆਪਾਂ ਕਹੀਏ ਸਿਆਸੀ ਸਮਝ
ਔਰ ਖਾਸ ਤੌਰ ਤੇ ਜੇ ਆਪਾਂ ਇਦੋਂ ਵੀ ਅੱਗੇ ਜਾਣਾ ਹੋਵੇ ਕਿ ਉਹਨਾਂ ਦੀ ਉਹ ਕੱਲੀ ਸਮਝ ਨਹੀਂ ਰੱਖਦੇ, ਸਗੋਂ ਉਹਨਾਂ ਨੂੰ ਹੱਲ ਕਰਨ ਦੀ ਜਿਹੜੀ ਜ਼ਰੂਰਤ ਹੈ ਉਹ ਵੀ ਉਹਨਾਂ ਦੇ ਵਿੱਚ ਹੈ। ਸੋ ਇਦਾਂ ਦੇ ਜਿਹੜੇ ਟਵੀਟ ਨਵਜੋਤ ਸਿੰਘ ਸਿੱਧੂ ਦੇ ਆ ਰਹੇ ਨੇ, ਮੈਨੂੰ ਲੱਗਦਾ ਹੈ ਕਿ ਇਹਨੂੰ ਲੋਕ ਪਸੰਦ ਕਰ ਰਹੇ ਨੇ। ਇਸੇ ਲਈ ਮਜੀਠੀਆ ਸਾਹਿਬ ਦੇ ਟਵੀਟਾਂ ਨੂੰ ਲੋਕਾਂ ਨੇ ਬਹੁਤਾ ਕਦੇ ਤਵੱਜੋ ਨਹੀਂ ਦਿੱਤੀ। ਸੋ ਇਸ ਟਵੀਟ ਤੋਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ ਕੋਈ ਰਾਜਨੀਤਿਕ ਭਾਸ਼ਾ ਜਿਹੜੀ ਹੈਗੀ ਮਜੀਠੀਆ ਸਾਹਿਬ ਦੀ ਨਹੀਂ ਹੈ। ਦੂਜੇ ਪਾਸੇ ਜਦੋਂ ਅਸੀਂ ਜਿਹੜਾ ਟਵੀਟ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀਤਾ ਸੀਗਾ ਮਜੀਠੀਆ ਸਾਹਿਬ ਬਾਰੇ, ਉਹਦੇ ਬਾਰੇ ਵੀ ਜਿਹੜੀ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਜਿਹੜੇ ਪੁਲਿਸ ਆਫੀਸਰ ਸਾਹਿਬਾਨ ਨੇ, ਜਿਹੜੇ ਪੰਜਾਬ ਦੇ ਡੀਜੀਪੀ ਨੇ, ਉਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜੋ ਰਿਪੋਰਟਾਂ ਆਈਆਂ ਉਹਨਾਂ ਦੇ ਵਿੱਚ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਜਿਹੜਾ ਹੈਗਾ ਸਜ਼ਾ ਫੜਨਾ ਚਾਹੀਦਾ ਸੀ। ਬਿਲਕੁਲ, ਜੇਕਰ ਮਜੀਠੀਆ ਸਾਹਿਬ ਕੋਲ ਕੋਈ ਹੋਰ ਜਵਾਬ ਸੀਗਾ ਤਾਂ ਫਿਰ ਉਹ ਉਸ ਤਰੀਕੇ ਨਾਲ ਜਵਾਬ ਦੇਣਾ ਚਾਹੀਦਾ ਸੀ ਉਹਨਾਂ ਨੂੰ। ਬਿਲਕੁਲ, ਉਹਨਾਂ ਨੂੰ ਤੱਥਾਂ ਦੇ ਆਧਾਰ ਤੇ ਦੇਣਾ ਬਣਦਾ ਸੀਗਾ, ਨਾ ਕਿ ਇਹਨੂੰ ਮਤਲਬ ਵਿਅੰਗਮਈ ਤਰੀਕੇ ਦੇ ਨਾਲ ਜਾਂ ਗੱਲਾਂ ਨੂੰ ਘੁਮਾ ਫਿਰਾ ਕੇ ਜਿਹੜਾ ਹੈਗਾ ਏਦਾਂ ਉਹਨਾਂ ਨੇ ਗੱਲ ਕਰਨ ਦੀ, ਯਾਨੀ ਕਿ ਮਤਲਬ ਤੱਥਾਂ ਤੋਂ ਇੱਧਰ ਉੱਧਰ ਭਟਕਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਪੋਲੀਟੀਕਲ ਨੁਮਾਇੰਦੇ ਨੇ ਵੱਖ-ਵੱਖ ਪਾਰਟੀਆਂ ਦੇ, ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਸੀਰੀਅਸ ਹੋਣ ਦੀ ਲੋੜ ਹੈ, ਨਾ ਕਿ ਇਦਾਂ ਦੀ ਜਿਹੜੀ ਹੈਗੀ ਇੱਕ ਦੂਜੇ ਦੇ ਉੱਤੇ ਗਲਤ ਦੂਸ਼ਣਬਾਜ਼ੀ ਕਰਕੇ ਇਹ ਜਿਹੜੇ ਮੁੱਦਿਆਂ ਤੋਂ ਇੱਧਰ ਉੱਧਰ ਭਟਕਣਾ ਜਿਹੜਾ ਹੈਗਾ, ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਇਸ ਵੇਲੇ ਇਦਾਂ ਨਹੀਂ ਚਾਹਣਗੇ ਕਿ ਇਹ ਇਦਾਂ ਦੀਆਂ ਗੰਭੀਰ ਗੱਲਾਂ ਨੂੰ, ਖਾਸ ਤੌਰ ਤੇ ਜਿਹੜੇ ਨਸ਼ਿਆਂ ਨਾਲ ਸੰਬੰਧਿਤ ਗੱਲਾਂ ਹੋਣ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵੱਡਾ ਨੁਕਸਾਨ ਨਸ਼ਿਆਂ ਕਰਕੇ ਸਾਡੇ ਨੌਜਵਾਨਾਂ ਦਾ ਹੋਇਆ ਔਰ ਅੱਜ ਵੀ ਹੋ ਰਿਹਾ। ਔਰ ਜਿਹੜੀ ਗੱਲ ਕੈਪਟਨ ਸਾਹਿਬ ਨੇ ਅੱਜ ਤੋਂ 4.5 ਸਾਲ ਪਹਿਲਾਂ ਕਹੀ ਸੀਗੀ ਸ਼੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਾਂਗਾ, ਉਹ ਅੱਜ ਕਿਤੇ ਦਿਖਾਈ ਨਹੀਂ ਦੇ ਰਹੀ। ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਸਿੱਧੀ ਗੱਲ ਜਿਹੜੀ ਹੈਗੀ ਕੈਪਟਨ ਸਾਹਿਬ ਤੇ ਜਿਹੜਾ ਹੈਗਾ ਨਿਸ਼ਾਨਾ ਕਸਣਾ ਬਣਦਾ ਸੀਗਾ। ਔਰ ਜਿਵੇਂ ਮੈਂ ਉਹਨਾਂ ਨੇ ਤਾਂ ਡੀਜੀਪੀ ਤੇ ਹੀ ਨਿਸ਼ਾਨਾ ਕਸਿਆ ਸੀ, ਨਾਲ ਹੀ ਨਾਲ ਸਿੱਧੇ ਤੌਰ ਤੇ ਕੈਪਟਨ ਤੇ ਵੀ ਸੀ। ਜਿੱਥੇ ਡੀਜੀਪੀ ਨੂੰ ਜਵਾਬ ਦੇਣਾ ਚਾਹੀਦਾ ਸੀ, ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਚਾਹੀਦਾ ਸੀ, ਉੱਥੇ ਵਿੱਚ ਦੀ ਆ ਕੇ ਜਵਾਬ ਵਿਕਰਮ ਸਿੰਘ ਮਜੀਠੀਆ ਦੇ ਰਹੇ ਨੇ। ਚਲੋ ਇਹ ਤੇ ਵੀ ਆਪਣੀ ਗੱਲਬਾਤ ਹੋ ਗਈ। ਅਗਲੀ ਖਬਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਇੱਕ ਤੋਂ ਬਾਅਦ ਇੱਕ ਟਵੀਟ ਲਗਾਤਾਰ ਕਰ ਰਹੇ ਨੇ। ਹੁਣ ਲਗਾਤਾਰ ਦੂਜਾ ਜਿਹੜਾ ਟਵੀਟ ਆਇਆ ਉਹ ਵੀ ਮੈਂ ਤੁਹਾਨੂੰ ਦੱਸਿਆ, ਪੜ੍ਹ ਕੇ ਸੁਣਾ ਇੱਕ ਵਾਰ ਫਿਰ ਤੋਂ। ਮੈਂ ਚਾਹੁੰਦਾ ਵੀ ਆਪਣੇ ਦਰਸ਼ਕਾਂ ਨੂੰ ਪੜ੍ਹ ਕੇ ਸੁਣਾ ਦਈਏ ਤੇ ਵਿਚਾਰ ਦਾ ਤੌਰ ਤੇ ਕਰੀਏ। ਹੁਣ ਉਹਨਾਂ ਨੇ ਬੇਅਦਬੀ ਅਤੇ ਫਾਇਰਿੰਗ ਦੇ ਮਾਮਲੇ ਤੇ ਟਵੀਟ ਕੀਤਾ ਹੈ। ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਇਹ ਟਵੀਟ ਵਿਸਤਾਰਪੂਰਵਕ ਲਿਖਿਆ, ਜਿਹਦੇ ਨਾਲ ਲੋਕਾਂ ਨੂੰ ਆਮ ਤੌਰ ਤੇ ਸਮਝ ਆ ਜਾਣੀ ਚਾਹੀਦੀ ਹੈ। ਤੇ ਆਪਾਂ ਵੀ ਇਹੀ ਗੱਲ ਸਵੇਰ ਦੇ ਪ੍ਰੋਗਰਾਮ ਵਿੱਚ ਤੁਸੀਂ ਕੀਤੀ ਸੀਗੀ। ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੀ ਘਟਨਾ ਪਿੱਛੇ ਬਾਦਲਾਂ ਦੀ ਰਾਜਨੀਤਿਕ ਦਖਲ ਅੰਦਾਜ਼ੀ ਤੇ ਵੋਟਾਂ ਦਾ ਧਰੁਵੀਕਰਨ ਚੋਣਾਂ ਵਿੱਚ ਵਰਤਣ ਕਰਕੇ 2007 ਤੋਂ ਲੈ ਕੇ 2014 ਤੱਕ ਡੇਰਾ ਸਾਧ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਅਦਾਲਤ ਵਿੱਚ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ ਤੇ ਉਲਟਾ ਉਸ ਖਿਲਾਫ ਦਰਜ ਹੋਈ FIR ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ। ਜੀ, ਮੈਂ ਸਵੇਰੇ ਵੀ ਆਪਾਂ ਨੇ ਗੱਲ ਕੀਤੀ ਸੀਗੀ ਕਿ ਜਿਹੜਾ 10 ਸਾਲ ਦਾ ਕਾਰਜਕਾਲ ਰਿਹਾ ਹੈ, ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ 2007 ਤੋਂ ਲੈ ਕੇ 14 ਜਿਹੜਾ ਹੈਗਾ 14 ਦੇ ਵਿੱਚ, ਜਿਹੜਾ ਤੁਸੀਂ ਦੇਖੋਗੇ 2002 ਤੋਂ ਬਾਅਦ ਕੈਪਟਨ ਸਾਹਿਬ ਜਿਹੜੇ ਆਉਂਦੇ ਨੇ ਔਰ 7 ਤੱਕ ਰਹਿੰਦੇ ਨੇ, ਔਰ ਉਸੇ ਦੌਰਾਨ ਹੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਘੁੰਮਣੀਆਂ ਸ਼ੁਰੂ ਹੁੰਦੀਆਂ ਨੇ। ਔਰ ਉਸ ਤੋਂ ਬਾਅਦ ਜਦੋਂ ਅਕਾਲੀ ਦਲ ਕੋਲੇ ਸੱਤਾ ਆਉਂਦੀ ਹੈ, ਖਾਸ ਤੌਰ ਤੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਬਣਦੇ ਨੇ 2 ਵਾਰੀ, ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਵੋਟ ਬੈਂਕ ਹੈ, ਮੈਂ ਸਵੇਰੇ ਵੀ ਗੱਲ ਕੀਤੀ ਸੀਗੀ, ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਗੱਲ ਕਰ ਰਹੇ ਨੇ ਕਿ ਉਹਦੇ ਵਿੱਚ ਜੇ ਡੇਰਾ ਪ੍ਰੇਮੀ ਸਾਡੇ ਨਾਲ ਰਲ ਜਾਣ, ਸਾਨੂੰ ਵੋਟਾਂ ਪਾ ਦੇਣ, ਤਾਂ ਲਾਜ਼ਮੀ ਤੌਰ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਬਣ ਸਕਦੀਆਂ ਨੇ ਲਗਾਤਾਰ, ਚਾਹੇ ਉਹ ਲੋਕ ਸਭਾ ਦੀ ਗੱਲ ਹੋਵੇ ਚਾਹੇ ਵਿਧਾਨ ਸਭਾਵਾਂ ਦੀਆਂ ਚੋਣਾਂ ਦੀ ਗੱਲ ਹੋਵੇ। ਸੋ ਉਹਦੇ ਵਿੱਚ ਕੀ ਕਰਦੇ ਨੇ ਕਿ ਉਹਨਾਂ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਦੇ ਲਈ ਇਹ ਹਰ ਜੋ ਡੇਰਾ ਪ੍ਰੇਮੀ ਜਾਂ ਜੋ ਡੇਰਾ ਸਾਧ ਹੈ, ਜੋ ਇਹ ਗਲਤੀਆਂ ਕਰਦਾ ਹੈ, ਗਲਤੀ ਤੇ ਗਲਤੀ ਕਰਦਾ ਹੈ, ਉਸ ਨੂੰ ਉਹ ਜਿਹੜਾ ਹੈਗਾ ਗਲਤੀ ਨਾ ਮੰਨਦੇ ਉਹਨੂੰ ਮਾਫੀ ਦਿਵਾਉਣੀ, ਉਹਨੂੰ ਜਿਹੜਾ ਹੈਗਾ ਅੰਦਰ ਖਾਤੇ ਸਹਾਇਤਾ ਕਰਨੀ ਉਹਦੀ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ 10 ਸਾਲ। ਇਹੀ ਗੱਲ ਨਵਜੋਤ ਸਿੰਘ ਸਿੱਧੂ ਆਪਣੇ ਟਵੀਟ ਦੇ ਵਿੱਚ ਗੱਲ ਕਰ ਰਹੇ ਨੇ। ਔਰ ਬਕਾਇਦਾ ਤੌਰ ਤੇ ਜਿਹੜੀਆਂ ਉਹਨਾਂ ਦੀਆਂ ਵੱਖ-ਵੱਖ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਰਹੀਆਂ, ਉਹਦੀਆਂ ਕਟਿੰਗਸ ਵੀ ਉਹਨਾਂ ਨੇ ਜਿਹੜੀਆਂ ਨੇ ਪੇਸ਼ ਕੀਤੀਆਂ ਨੇ ਲੋਕਾਂ ਦੇ ਸਾਹਮਣੇ। ਤੋਂ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਹਮਣੇ ਇਹ ਆ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਨੇ। ਉਹ ਜਿਵੇਂ ਕਿਹਾ ਜਾ ਰਿਹਾ ਨਾ ਕਿ ਇਹ ਸਿਰਫ ਸਿੱਟ ਦਾ ਮਸਲਾ ਹੈ, ਉਹ ਇਸ ਨੂੰ ਇਦਾਂ ਨਹੀਂ ਲੈਂਦੇ
ਉਹ ਇਸ ਨੂੰ ਲੈ ਰਹੇ ਕਿ ਇਹਦੇ ਪਿੱਛੇ ਜਿਹੜੀ ਪੋਲਿਟਿਕਸ ਨਜ਼ਰ ਆ ਰਹੀ ਹੈ ਉਸ ਦੀ ਚੀਰ ਫਾੜ ਉਹ ਕਰਦੇ ਨੇ ਔਰ ਬਹੁਤ ਬਰੀਕੀ ਦੇ ਨਾਲ ਕਰਦੇ ਨੇ। ਔਰ ਜਿਸ ਕਿਸਮ ਦੀ ਗੱਲ ਆਪਾਂ ਸਵੇਰੇ ਇਹੀ ਆਪਣੇ ਦਰਸ਼ਕਾਂ ਨੂੰ ਦੱਸੀ ਸੀਗੀ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਸਿਰਫ ਸਿੱਟ ਦਾ ਮਸਲਾ ਹੈ, ਇਹਦੇ ਵਿੱਚ ਬਹੁਤ ਵੱਡੀ ਵੋਟਾਂ ਦਾ ਧਰੁਵੀਕਰਨ ਜਿਹੜਾ ਹੈਗਾ ਉਹ ਸ਼ਾਮਲ ਹੈ। ਕਿਉਂਕਿ ਜੇਕਰ ਅੱਜ ਵੀ ਜਿਹੜੀ ਸਿੱਟ ਨੇ ਕਿਸੇ ਨੂੰ ਸਜ਼ਾ ਦੇਣੀ ਹੈ, ਕਿਸੇ ਨੂੰ ਨਹੀਂ ਦਿਵਾਉਣੀ, ਉਹਦੇ ਪਿੱਛੇ ਵੋਟਾਂ ਦੀ ਰਾਜਨੀਤੀ ਜਿਹੜੀ ਹੈਗੀ ਕੰਮ ਕਰ ਰਹੀ ਹੈ। ਸੋ ਇਸ ਕਰਕੇ ਇਸ ਅੱਜ ਦੀ ਜਿਹੜੀ ਆਪਾਂ ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਿਹੜੀ ਸਰਕਾਰ ਸਜ਼ਾ ਦੇਏਗੀ, ਕਿਹੜੀ ਸਰਕਾਰ ਕਿਸ ਨੂੰ ਫੜੇਗੀ ਨਹੀਂ ਫੜੇਗੀ, ਇਹ ਗੱਲ ਇੰਨੀ ਇੱਥੋਂ ਤੱਕ ਸੀਮਿਤ ਨਹੀਂ ਹੈ। ਇਹਦੇ ਪਿੱਛੇ ਕੀ ਆਪਾਂ ਕੈਪਟਨ ਸਾਹਿਬ ਦੀ ਜੇ ਗੱਲ ਕਰੀਏ ਕਿ ਕੈਪਟਨ ਸਾਹਿਬ ਜਿਹੜੇ ਡੇਰਾ ਪ੍ਰੇਮੀ ਨੇ ਉਹਨਾਂ ਨੂੰ ਉਮੀਦ ਹੈ ਕਿ ਕਾਂਗਰਸ ਵੱਲ ਝੁਕਣਗੇ, ਕੀ ਉਹਨਾਂ ਦੇ ਵਿਰੁੱਧ ਭੁਗਤ ਸਕਣਗੇ ਅੱਜ? ਕੀ ਉਹ ਜਿਸ ਕਿਸਮ ਦੀ ਉਹਨਾਂ ਦੀ ਸਾਂਝ ਬਾਦਲ ਪਰਿਵਾਰ ਨਾਲ ਹੈ, ਕੀ ਬਾਦਲ ਪਰਿਵਾਰ ਦੇ ਖਿਲਾਫ ਉਹ ਜਾ ਸਕਦੇ ਨੇ? ਇਹ ਬਹੁਤ ਬੁਨਿਆਦੀ ਸਵਾਲ ਨੇ ਕੈਪਟਨ ਸਾਹਿਬ ਦੀ ਸਰਕਾਰ ਦੇ ਉੱਤੇ। ਸੋ ਇਸ ਤਰ੍ਹਾਂ ਦੇ ਜਿਹੜੇ ਨੇ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟਾਂ ਦੇ ਵਿੱਚ ਕੀਤੀਆਂ ਨੇ। ਸੋ ਮੈਨੂੰ ਉਮੀਦ ਇਹੀ ਲੱਗਦੀ ਹੈ ਕਿ ਜੇ ਇਹੀ ਗੱਲ ਇਸ ਤਰ੍ਹਾਂ ਇਸ ਸਾਰੀ ਜਾਂਚ ਨੂੰ ਸਮਝਿਆ ਜਾਏਗਾ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ। ਔਰ ਇਹਦਾ ਨਤੀਜਾ ਕਿਉਂ ਨਹੀਂ ਨਿਕਲ ਰਿਹਾ ਔਰ ਇਸ ਨੂੰ 4.5 ਸਾਲ ਕਿਉਂ ਇਸ ਸਾਰੀ ਗੇਮ ਨੂੰ ਘੜੀਸਿਆ ਗਿਆ, ਲਗਾਤਾਰ ਸਿੱਟ ਤੋਂ ਬਾਅਦ ਦੂਜੀ ਸਿੱਟ ਜਿਹੜੀ ਹੈਗੀ ਬਣਾਈ ਗਈ ਔਰ ਉਹਦੇ ਵਿੱਚ ਕਿਉਂ ਨਹੀਂ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਗਿਆ? ਕਿਉਂ ਵੋਟਾਂ ਵੇਲੇ ਸਾਰੀ ਚੀਜ਼ ਜਿਹੜੀ ਹੈਗੀ ਆ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ? ਕਿਉਂ ਇਸ ਮਸਲੇ ਨੂੰ ਭਖਾਇਆ ਜਾਂਦਾ ਵੋਟਾਂ ਦੇ ਦੌਰ ਦੇ ਵਿੱਚ? ਔਰ ਕਿਉਂ ਅੱਜ ਜੇ ਆਪਾਂ ਗੱਲ ਕਰੀਏ ਕਿ ਵੱਖ-ਵੱਖ ਮੁੱਦਿਆਂ ਦੀ ਪੰਜਾਬ ਦੇ ਔਰ ਕਿਸਾਨੀ ਦਾ ਮੁੱਦਾ ਹੈ, ਨੌਜਵਾਨੀ ਦਾ ਮੁੱਦਾ ਹੈ, ਕੀ ਉਹਨਾਂ ਗੱਲਾਂ ਤੋਂ ਭੜਕਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ? ਇਹ ਵੱਡੇ ਸਵਾਲ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ ਟਵੀਟਾਂ ਦੇ ਵਿੱਚ ਕੀਤੇ ਨੇ ਔਰ ਇਹੀ ਪੰਜਾਬ ਦੇ ਲੋਕ ਇਸ ਵੇਲੇ ਮੰਗ ਕਰ ਰਹੇ ਨੇ ਕਿ ਇੱਕ ਪਾਸੇ ਕੈਪਟਨ ਸਾਹਿਬ ਆਪਣੇ ਵਾਅਦਾ ਖਿਲਾਫੀ ਦੇ ਉੱਤੋਂ ਜਿਹੜੇ ਹੈਗੇ ਬਚਣ ਦੀ ਕੋਸ਼ਿਸ਼ ਕਰ ਰਹੇ ਨੇ, ਦੂਜੇ ਪਾਸੇ ਜਿਹੜੇ ਬਾਦਲ ਸਾਹਿਬ ਨੇ, ਚਾਹੇ ਛੋਟੇ ਬਾਦਲ ਸਾਹਿਬ ਨੇ ਚਾਹੇ ਵੱਡੇ ਬਾਦਲ ਸਾਹਿਬ ਨੇ, ਉਹ ਇਹ ਗੱਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਮਸਲਾ ਕਿਵੇਂ ਦੇਖਦੇ ਹੋ ਕਿ ਇਹ ਇਲਜ਼ਾਮਾਂ 'ਚ ਲਗਾਤਾਰ ਘਿਰਦੇ ਜਾ ਰਹੇ? ਕਿਉਂਕਿ ਲੋਕ ਨਵਜੋਤ ਸਿੰਘ ਸਿੱਧੂ ਦੀ ਗੱਲ ਸੁਣਦੇ ਆ, ਨਵਜੋਤ ਸਿੰਘ ਸਿੱਧੂ ਦੀ ਗੱਲ ਸੁਣਦੇ ਹੀ ਨਹੀਂ ਬੜੇ ਗੌਰ ਨਾਲ ਸੁਣਦੇ ਆ, ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਤੇ ਹੋਣ ਤੋਂ ਬਾਅਦ ਟਵੀਟ ਹੋਣ ਤੋਂ ਬਾਅਦ ਖੁੰਡ ਚਰਚਾ ਵੀ ਛਿੜਦੀ ਹੈ ਤੇ ਖੁੰਡ ਚਰਚਾ ਛਿੜਨ ਤੋਂ ਬਾਅਦ ਜੋ ਅਕਾਲੀਆਂ ਬਾਰੇ ਗੱਲਾਂ ਬਾਤਾਂ ਹੋ ਰਹੀਆਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ, ਕਿਵੇਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਜੋ ਕੁਝ ਵੀ ਕਰ ਰਿਹਾ ਉਹਦਾ ਨੁਕਸਾਨ ਬੜੇ ਵੱਡੇ ਪੱਧਰ ਤੇ ਅਕਾਲੀ ਦਲ ਨੂੰ ਹੋ ਰਿਹਾ? ਦੇਖੋ, ਅਕਾਲੀ ਦਲ ਦਾ ਨੁਕਸਾਨ ਤਾਂ ਉਹ ਆਪਣੇ ਆਪ ਹੀ ਉਹ ਕਰਾ ਚੁੱਕੇ ਨੇ। ਜਿਵੇਂ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੀ ਗੱਲ ਕਰ ਰਹੇ ਨੇ, ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ 17 ਦੇ ਵਿੱਚ ਇਹ ਗੱਲ ਸਮਝ ਚੁੱਕੇ ਸੀਗੇ ਕਿ ਭਾਈ ਇਹ ਗੱਲ ਜਿਹੜੀ ਹੈਗੀ ਆ ਨਾ ਕਿ ਇਹਨਾਂ ਨੇ ਅਕਾਲੀ ਦਲ ਬਾਦਲ ਨੇ ਇਸ ਘਟਨਾ ਨੂੰ ਬਹੁਤ ਸੌਖਿਆ ਲਿਆ ਕਿ ਇਹ ਗੱਲਾਂ ਜਿਹੜੀਆਂ ਨੇ ਇਦਾਂ ਅਸੀਂ ਇਹਦੇ ਉੱਤੇ ਮਿੱਟੀ ਪਾ ਕੇ ਲੋਕਾਂ ਨੂੰ ਭਰਮਾ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਦੁਬਾਰਾ ਅਸੀਂ ਪ੍ਰੇਮੀਆਂ ਦੀ ਮਦਦ ਦੇ ਨਾਲ ਅਸੀਂ ਸਰਕਾਰ ਬਣਾ ਲਾਂਗੇ ਜਾਂ ਅਗਲੀਆਂ ਚੋਣਾਂ ਜਿਹੜੀਆਂ ਨੇ ਜਿੱਤ ਸਕਦੇ ਆ। ਸੋ ਪਰ ਲੋਕਾਂ ਨੇ ਜਿਹੜਾ ਹੈਗਾ ਲੋਕਾਂ ਨੇ 17 ਦੇ ਵਿੱਚ ਇਸ ਗੱਲ ਨੂੰ ਬਹੁਤ ਸੀਰੀਅਸਲੀ ਲੈ ਕੇ ਲੋਕਾਂ ਨੇ ਕੀ ਕੀਤਾ ਕਿ ਉਸ ਪਾਰਟੀ ਨੂੰ ਜਿਹੜੀ 100 ਸਾਲ ਪਹਿਲਾਂ ਇੱਕ ਵੱਡੀ ਪਾਰਟੀ, ਮੈਨੂੰ ਲੱਗਦਾ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਔਰ ਪੰਜਾਬ ਦੀ ਸਭ ਤੋਂ ਦਮਦਰ ਪਾਰਟੀ ਮੰਨੀ ਜਾਂਦੀ ਸੀਗੀ, ਉਸ ਨੂੰ ਤੀਜੇ ਨੰਬਰ ਤੇ ਰੱਖਣਾ, ਇਹਦਾ ਮਤਲਬ ਇਹਦਾ ਨੁਕਸਾਨ ਤਾਂ ਹੋ ਚੁੱਕਿਆ ਆਲਰੇਡੀ। ਸੋ ਇਸ ਕਰਕੇ ਇਹ ਨਹੀਂ ਹੈ ਕਿ ਹੁਣ ਦੁਬਾਰਾ ਨੁਕਸਾਨ ਹੋਣ ਦੀਆਂ ਹੋਰ ਜ਼ਿਆਦਾ ਸੰਭਾਵਨਾਵਾਂ ਨੇ। ਬਹੁਤ ਵੱਡਾ ਨੁਕਸਾਨ ਅਕਾਲੀ ਦਲ ਤਾਂ ਇਸ ਵੇਲੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਉਹ ਇਹ ਨਹੀਂ ਹੈ ਕਿ ਉਹਨਾਂ ਨੂੰ ਸ਼ਾਇਦ ਭੁਲੇਖਾ ਹੋਏਗਾ ਕਿ ਅਸੀਂ ਸੱਤਾ 'ਚ ਆ ਜਾਵਾਂਗੇ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਦਾਂ ਦੇ ਦੁਬਾਰਾ ਫੇਰ ਬਾਰ-ਬਾਰ ਬੁੱਧੂ ਬਣਾ ਕੇ ਤੁਸੀਂ ਉਹਨਾਂ ਤੋਂ ਜਿਹੜੀ ਹੈਗੀ ਉਹਨਾਂ ਨੂੰ ਲੜਾ ਕੇ ਪੋਲਰਾਈਜੇਸ਼ਨ ਕਰਕੇ, ਜਿਵੇਂ ਨਵਜੋਤ ਸਿੰਘ ਸਿੱਧੂ ਜੀ ਕਹਿ ਰਹੇ ਨੇ, ਉਹਨਾਂ ਨੂੰ ਪੋਲਰਾਈਜੇਸ਼ਨ ਇਸ ਵੇਲੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵੇਲੇ ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਦੇ ਭਾਰੂ ਹੋਣ ਕਰਕੇ ਅੱਜ ਤੋਂ ਆਪਾਂ ਦੇਖ ਸਕਦੇ ਹਾਂ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ ਇੰਨਾ ਹਾਵੀ ਨਹੀਂ ਸੀਗਾ, ਉਸ ਕਿਸਮ ਦੀ ਭੂਮਿਕਾ ਨਹੀਂ ਸੀਗੀ ਜਿਹੜੀ ਅੱਜ ਭੂਮਿਕਾ ਸੋਸ਼ਲ ਮੀਡੀਆ ਦੀ। ਸੋ ਅੱਜ ਤਾਂ ਤੁਸੀਂ ਇੱਕ ਟਵੀਟ ਨਾਲ ਤੁਸੀਂ ਦੇਖੋਗੇ ਕਿ ਸਾਰੀ ਬਾਜ਼ੀ ਜਿਹੜੀ ਹੈਗੀ ਪਲਟ ਸਕਦੀ ਹੈ। ਸੋ ਇਸ ਕਰਕੇ ਅੱਜ ਦਾ ਜਿਹੜਾ ਦੌਰ ਹੈ ਇਹ ਸੋਸ਼ਲ ਮੀਡੀਆ ਦਾ ਦੌਰ ਹੈ ਔਰ ਅਕਾਲੀ ਦਲ ਨੂੰ ਇੱਕ ਵੱਡਾ ਭੁਲੇਖਾ ਇਹੀ ਲੱਗ ਰਿਹਾ ਕਿ ਅੱਜ ਵੀ ਅਸੀਂ ਇਹ ਸਾਰੀ ਘਟਨਾਵਾਂ ਨੂੰ ਅਸੀਂ ਪ੍ਰਸ਼ਾਸਨਿਕ ਘਟਨਾਵਾਂ ਕਹਿ ਦਈਏ। ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਐਸਡੀਐਮ ਨੂੰ ਦੋਸ਼ੀ ਠਹਿਰਾ ਦਿਓ,
ਕਿਉਂਕਿ ਐਸਡੀਐਮ ਉਹਨਾਂ ਨੂੰ ਲੱਗਦਾ ਹੈ ਕਿ ਐਸਡੀਐਮ ਨੇ ਕਿਉਂਕਿ ਗੋਲੀ ਦੇ ਆਰਡਰ ਦਿੱਤੇ ਸੀਗੇ, ਇਸ ਕਰਕੇ ਐਸਡੀਐਮ ਜਿਹੜਾ ਹੈਗਾ ਜ਼ਿੰਮੇਵਾਰ ਬਣ ਗਿਆ, ਸੋ ਅਸੀਂ ਇਹਦੇ ਚੋਂ ਬਰੀ ਹੋ ਗਏ। ਸੋ ਇੰਨਾ ਸੌਖਾ ਕੰਮ ਨਹੀਂ ਹੈ। ਲੋਕ ਸਮਝ ਰਹੇ ਨੇ ਜੇ ਇੰਨਾ ਹੀ ਆਸਾਨ ਹੁੰਦਾ ਤਾਂ 17 ਦੇ ਵਿੱਚ ਲੋਕਾਂ ਨੇ ਜਿਹੜਾ ਹੈਗਾ ਅਕਾਲੀ ਦਲ ਨੂੰ ਵੋਟਾਂ ਪਾ ਦੇਣੀਆਂ ਸੀਗੀਆਂ। ਔਰ ਅੱਜ ਜੇ ਆਪਾਂ ਕਹੀਏ ਕਿ ਅੱਜ ਜਿਸ ਕਿਸਮ ਦੇ ਅਕਾਲੀ ਦਲ ਦੇ ਲੀਡਰਾਂ ਦਾ ਵਿਰੋਧ ਪਿੰਡਾਂ ਦੇ ਵਿੱਚ ਹੋ ਰਿਹਾ, ਉਹ ਵਿਰੋਧ ਨਹੀਂ ਸੀ ਹੋਣਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਲੋਕਾਂ ਨੂੰ ਜਾਂ ਖਾਸ ਤੌਰ ਤੇ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗਦਾ ਹੈ ਕਿ ਲੋਕਾਂ ਨੂੰ ਬੁੱਧੂ ਬਣਾ ਕੇ ਜਿਵੇਂ ਹੁਣ ਤੱਕ ਬਣਾਉਂਦੇ ਰਹੇ ਹੈ ਉਵੇਂ ਹੋਰ ਅੱਗੇ ਚੱਲੀ ਜਾਏਗਾ। ਹੁਣ ਅੱਜ ਦਾ ਜਿਹੜਾ ਨੌਜਵਾਨ ਹੈ, ਅੱਜ ਦਾ ਜਿਹੜਾ ਆਮ ਆਦਮੀ ਹੈ, ਆਮ ਇਨਸਾਨ ਹੈ, ਪੰਜਾਬੀ ਖਾਸ ਤੌਰ ਤੇ, ਉਹ ਬਹੁਤ ਚੇਤੰਨ ਹੋ ਰਿਹਾ ਹੈ। ਇਹਦੀ ਚੇਤਨਤਾ ਦਾ ਪਤਾ ਇੱਥੋਂ ਲੱਗਦਾ ਹੈ ਸੁਖਵਿੰਦਰ ਜੀ ਕਿ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੇ ਮੈਂ ਕਹਿੰਦਾ ਹਿੰਦੁਸਤਾਨ ਨਹੀਂ ਪੂਰੇ ਵਰਲਡ ਦੇ ਵਿੱਚ ਜਿਹੜਾ ਕਿ ਇਸ ਵੇਲੇ ਇੱਕ ਕਿਸਾਨਾਂ ਨੇ ਸੰਘਰਸ਼ ਪੈਦਾ ਕੀਤਾ ਹੈ, ਉਹਦੀ ਨੀਂਹ ਕਿਹਨੇ ਰੱਖੀ ਹੈ? ਉਹ ਨੀਂਹ ਪੰਜਾਬ ਨੇ ਰੱਖੀ ਹੈ। ਤੁਸੀਂ ਪੰਜਾਬ ਦੀ ਚੇਤਨਤਾ ਨੂੰ, ਪੰਜਾਬ ਦੇ ਲੋਕਾਂ ਨੂੰ ਇੰਨਾ ਤੁਸੀਂ ਬੁੱਧੂ ਮੰਨਦੇ ਹੋ ਕਿ ਉਹ ਇਦਾਂ ਦੀਆਂ ਤੁਹਾਡੀਆਂ ਕੂਟਨੀਤੀਆਂ ਦੇ ਵਿੱਚ ਫਸ ਜਾਣਗੇ। ਜਿਹੜੇ ਪੰਜਾਬੀ ਮੋਦੀ ਸਰਕਾਰ ਨਾਲ ਟੱਕਰ ਲੈ ਸਕਦੇ ਨੇ, ਜਿਹੜੇ ਪੰਜਾਬੀ ਇੱਕ ਪੂਰੇ ਵਰਲਡ ਲੈਵਲ ਦਾ ਜਿਹੜਾ ਸੰਘਰਸ਼ ਹੈ, ਇਹਨੂੰ ਇਹ ਨਹੀਂ ਕਿ ਪੂਰੇ ਪੰਜਾਬ ਜਾਂ ਹਿੰਦੁਸਤਾਨ ਲੈਵਲ ਦਾ ਸੰਘਰਸ਼ ਹੈ ਇਹ ਕਿਸਾਨਾਂ ਦਾ, ਇਹ ਇੱਕ ਅੰਤਰਰਾਸ਼ਟਰੀ ਲੈਵਲ ਦਾ ਸੰਘਰਸ਼ ਦੇ ਮੋਹਰੀ ਬਣ ਸਕਦੇ ਨੇ ਪੰਜਾਬੀ। ਔਰ ਉਹਨਾਂ ਨੂੰ ਤੁਸੀਂ ਬੁੱਧੂ ਬਣਾ ਕੇ ਹੁਣ ਵੋਟਾਂ ਲੈ ਲੋਗੇ। ਉਹ ਹੁਣ ਸਮਾਂ ਗਿਆ, ਉਹ ਹੁਣ ਸਮਾਂ ਜਿਹੜਾ ਹੈਗਾ ਇਹ ਨਿਕਲ ਚੁੱਕੀ ਆ ਪੋਲਿਟਿਕਸ। ਹੁਣ ਲੋਕਾਂ ਦੇ ਵਿੱਚ ਵਿਚਰਨਾ ਪਏਗਾ ਔਰ ਲੋਕਾਂ ਦੇ ਵਿੱਚ ਜਾਣਾ ਪਏਗਾ, ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਪਏਗਾ। ਹੁਣ ਜਿਹੜਾ ਹੈਗਾ ਇਹ ਮੌਕਾ ਜਿਹੜਾ ਹੈਗਾ ਨਹੀਂ ਹੈ, ਹੁਣ ਇਹ ਸਮਾਂ ਨਹੀਂ ਹੈ ਕਿ ਅਸੀਂ ਇਦਾਂ ਦੇ ਮਤਲਬ ਗੱਲਾਂ ਕਰਕੇ ਲੋਕਾਂ ਨੂੰ ਪੋਲਰਾਈਜੇਸ਼ਨ ਕਰਕੇ, ਜਿਵੇਂ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਲੋਕਾਂ ਨੂੰ ਡੇਰਾਵਾਦ ਦੇ ਵਿੱਚ ਪਾ ਕੇ, ਲੋਕਾਂ ਨੂੰ ਚਾਹ ਪੱਤੀ, ਚੀਨੀ, 2 ਰੁਪਏ ਕਿਲੋ ਦਾਲ, ਇਦਾਂ ਦੀਆਂ ਲਾਰੇ ਲੱਪੇ ਲਾ ਕੇ ਤੁਸੀਂ ਭਰਮਾ ਕੇ ਜਿਹੜਾ ਹੈਗਾ ਰਾਜ ਸੱਤਾ ਕਾਇਮ ਕਰ ਲੋਗੇ। ਉਹ ਹੁਣ ਸਮਾਂ ਨਹੀਂ ਹੈ। ਹੁਣ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸਮਝਣਾ ਪਏਗਾ, ਇਹਨਾਂ ਦਾ ਹੱਲ ਤੁਹਾਨੂੰ ਦੇਣੇ ਪੈਣਗੇ, ਨਹੀਂ ਤਾਂ ਜਿਹੜਾ ਹੈਗਾ ਪੰਜਾਬ ਦੇ ਲੋਕ ਇਹਨਾਂ ਨੂੰ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ। ਇਹ ਗੱਲ ਬਿਲਕੁਲ ਕਲੀਅਰ ਹੈ ਸੁਖਵਿੰਦਰ ਜੀ। ਬਿਲਕੁਲ। ਤਾਂ ਅਗਲੀ ਖਬਰ ਜੇ ਆਪਾਂ ਗੱਲਬਾਤ ਕਰੀਏ, ਆਪਾਂ ਸਵੇਰ ਦੇ ਪ੍ਰੋਗਰਾਮ ਵਿੱਚ ਗੱਲ ਕਰ ਰਹੇ ਸੀ ਅਸ਼ਵਨੀ ਸ਼ੇਖੜੀ ਜਿਹੜੇ ਹੈਗੇ ਆ ਉਹ ਅਕਾਲੀ ਦਲ ਦੇ ਵਿੱਚ ਜਾ ਸਕਦੇ ਆ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਮਨਾਉਣ ਦੇ ਲਈ ਫੋਨ ਵੀ ਕੀਤਾ, ਜਿੱਥੇ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲੱਗਦੇ ਸੀ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਇਸ਼ਾਰੇ ਤੇ ਅਸ਼ਵਨੀ ਸ਼ੇਖੜੀ ਦਾ ਸਿਆਸੀ ਕਤਲ ਹੋ ਰਿਹਾ ਹੈ। ਤਾਂ ਉੱਥੇ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਝੁੱਕ ਕੇ ਉਹਨਾਂ ਨੂੰ ਪਾਰਟੀ ਦੇ ਵਿੱਚ ਰੋਕਣ ਦੇ ਲਈ ਹੀ ਫੋਨ ਲਾ ਰਹੇ ਨੇ ਤੇ ਵੱਡੇ ਵੱਡੇ ਲੀਡਰ ਵੀ ਉਹਨਾਂ ਦੇ ਘਰੇ ਭੇਜ ਰਹੇ ਨੇ। ਰਾਜਕੁਮਾਰ ਵੇਰਕਾ ਹੋਣੀ ਜਾਂ ਹੋਰ ਵੀ ਲੀਡਰ ਕਹਿੰਦੇ ਉਹਨਾਂ ਨੂੰ ਮਨਾਉਣ ਲਈ ਗਏ ਨੇ। ਕਿਵੇਂ ਦੇਖਦੇ ਸੁਖਵਿੰਦਰ ਜੀ? ਆਪਾਂ ਸਵੇਰੇ ਵੀ ਗੱਲ ਕੀਤੀ ਸੀਗੀ ਕਿ ਅਸ਼ਵਨੀ ਸ਼ੇਖੜੀ ਜੀ ਦੀ ਲੜਾਈ ਕੀ ਹੈ? ਲੜਾਈ ਟਿਕਟ ਦੀ ਹੈ ਕਿ ਜੇਕਰ 22 ਦੇ ਵਿੱਚ ਉਹਨਾਂ ਨੂੰ ਐਮਐਲਏ ਦੀ ਟਿਕਟ ਮਿਲੂਗੀ ਜਾਂ ਨਹੀਂ ਮਿਲੇਗੀ। ਉਹਨਾਂ ਨੇ ਬਾਰ-ਬਾਰ ਕਿਹਾ ਸੀਗਾ ਕਿ ਜਿਹੜੇ ਹਿੰਦੂ ਚਿਹਰੇ ਨੇ ਉਹ ਇਗਨੋਰ ਕੀਤੇ ਜਾ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਜਾਂ ਵਿਸ਼ੇਸ਼ ਤੌਰ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਹੈ, ਜੇ ਉਹਨਾਂ ਨੂੰ ਕਾਂਗਰਸ 'ਚ ਰਹਿ ਕੇ ਟਿਕਟ ਮਿਲਦੀ ਹੈ ਤਾਂ ਉਧਰ ਹੀ ਰਹਿ ਜਾਣਗੇ। ਸੋ ਇਸ ਕਰਕੇ ਉਹਨਾਂ ਦੀ ਮਜਬੂਰੀ ਇਹ ਸੀਗੀ ਕਿ ਉਹਨਾਂ ਨੂੰ ਲੱਗ ਰਿਹਾ ਸੀਗਾ ਬਾਰ-ਬਾਰ ਕਿ ਮੈਨੂੰ ਇਗਨੋਰ ਕੀਤਾ ਜਾ ਰਿਹਾ ਹੈ ਔਰ ਮੇਰੀ ਟਿਕਟ ਕੱਟਣ ਦੀਆਂ ਸੰਭਾਵਨਾਵਾਂ ਪੂਰੀਆਂ ਨੇ। ਸੋ ਉਹਨਾਂ ਨੇ ਉਧਰ ਦੂਜੇ ਪਾਸੇ ਸੌਦੇਬਾਜ਼ੀ ਕੀਤੀ ਹੋਏਗੀ ਕਿ ਭਾਈ ਮੈਂ ਜੇ ਅਕਾਲੀ ਦਲ 'ਚ ਸ਼ਾਮਲ ਹੁੰਨਾ ਤਾਂ ਟਿਕਟ ਮੇਰੀ ਪੱਕੀ ਬਟਾਲੇ ਤੋਂ ਹੋਣੀ ਚਾਹੀਦੀ ਹੈ। ਤਾਂ ਉਹਨਾਂ ਨੇ ਕਹਿੰਦਾ ਠੀਕ ਹੈ ਜੀ, ਤੁਸੀਂ ਆਓ ਤਾਂ ਸਹੀ ਇੱਕ ਵਾਰੀ, ਅਸੀਂ ਤੁਹਾਨੂੰ ਜੋ ਮੰਗੋਗੇ ਦੇਵਾਂਗੇ। ਹੁਣ ਤਾਂ ਅੱਜ ਇਸ ਵੇਲੇ ਤਾਂ ਅਕਾਲੀ ਦਲ ਦੀ ਪੋਜੀਸ਼ਨ ਇਹੀ ਹੈ ਕਿ ਜਿਹੜਾ ਬੰਦਾ ਆਊਗਾ ਉਹਨੂੰ ਕਹਿਣਗੇ ਜੋ ਤੁਸੀਂ ਕਹੋਗੇ ਉਹ ਤੁਹਾਡਾ ਸਭ ਕੁਝ ਪੂਰਾ ਕੀਤਾ ਜਾਏਗਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸ਼ੇਖੜੀ ਜੀ ਨੂੰ ਜੇਕਰ ਕਾਂਗਰਸ ਦੇ ਵਿੱਚ ਹੀ ਟਿਕਟ ਮਿਲ ਜਾਂਦੀ ਹੈ ਤਾਂ ਉਹ ਵਧੀਆ ਹੋਏਗਾ, ਪਰ ਉਹਨਾਂ ਨੂੰ ਜਿਹੜਾ ਹੈਗਾ ਇਹ ਭਰੋਸਾ ਜਿਹੜਾ ਹੈਗਾ ਜ਼ਰੂਰ ਦੇਣਾ ਪਏਗਾ, ਚਾਹੇ ਉਹ ਕੈਪਟਨ ਸਾਹਿਬ ਦੇਣ, ਚਾਹੇ ਰਾਹੁਲ ਜੀ ਦੇਣ, ਚਾਹੇ ਜਿਹੜੀ ਸਥਿਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਕਿ ਉਹ ਭਰੋਸਾ ਦੇਣ ਵਾਲੀ ਸਥਿਤੀ ਹੈਗੀ ਹੈ, ਕਿਉਂਕਿ ਸਥਿਤੀ ਤਾਂ ਆਪਣੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਡਾਵਾਡੋਲ ਹੈ। ਹੁਣ ਤਾਂ ਪਹਿਲਾਂ ਤਾਂ ਸਿਰਫ ਇਹੀ ਗੱਲਾਂ ਹੁੰਦੀਆਂ ਸੀ ਕਿ ਭਾਈ ਨਵਜੋਤ ਸਿੰਘ ਸਿੱਧੂ ਦਾ ਕੁਝ ਬਣੂ ਕਿ ਨਹੀਂ ਬਣੂ। ਹੁਣ ਲੋਕਾਂ ਦੇ ਵਿੱਚ ਗੱਲਾਂ ਇਹ ਹੋਣ ਲੱਗੀਆਂ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਦੇ ਵਿੱਚ ਕੁਝ ਬਣੂ ਕਿ ਨਹੀਂ ਬਣੂ, ਆਪਦੀ ਕੁਰਸੀ ਬਚਾ ਪਾਉਣਗੇ ਜਾਂ ਨਹੀਂ ਬਚਾ ਪਾਉਣਗੇ। ਗੱਲਾਂ ਇਹ ਵੀ ਹੋ ਰਹੀਆਂ ਨੇ ਕਿ ਅਜਿਹੀ ਸਥਿਤੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਕੋਈ ਭਰੋਸਾ ਕਰ ਸਕਦੇ ਆ ਜਾਂ ਫਿਰ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਕਾਂਗਰਸ ਦੇ ਵਿੱਚ ਹੀ। ਦੇਖੋ, ਜੇ ਤਾਂ ਉਹਨਾਂ ਨੂੰ ਕੋਈ ਹਾਈ ਕਮਾਂਡ ਤੋਂ ਭਰੋਸਾ ਲੈ ਕੇ ਦੇਣ ਕਿ ਕੋਈ ਵੀ ਬੰਦਾ, ਚਾਹੇ ਕੈਪਟਨ ਅਮਰਿੰਦਰ ਸਿੰਘ ਜੀ ਨੇ, ਚਾਹੇ ਵੇਰਕਾ ਸਾਹਿਬ ਨੇ ਜਾਂ ਕੋਈ ਹੋਰ ਹੈ, ਜੇ ਤਾਂ ਉਹਨਾਂ ਨੂੰ ਇਹ ਪੱਕਾ ਫੈਸਲਾ ਹੁੰਦਾ ਹੈ ਕਿ ਬਟਾਲੇ ਵਾਲੀ ਸੀਟ ਤੁਹਾਡੀ ਸੀਟ ਹੋਏਗੀ, ਤੁਹਾਨੂੰ ਕੋਈ ਹਿਲਾ ਨਹੀਂ ਸਕਦਾ,
ਫਿਰ ਤਾਂ ਜ਼ਰੂਰ ਸੇਖੜੀ ਸਾਹਿਬ ਜਿਹੜੇ ਹੈਗੇ ਬਿਲਕੁਲ ਕਾਂਗਰਸ ਨਹੀਂ ਛੱਡਣਗੇ। ਪਰ ਜੇ ਉਹਨਾਂ ਨੂੰ ਲੱਗੂਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਸਾਹਿਬ ਵੀ ਵਿਚਾਰੇ ਹਜੇ ਤਾਂ ਡਾਵਾਂਡੋਲ ਸਥਿਤੀ ਦੇ ਵਿੱਚ ਨੇ ਔਰ ਬਾਕੀ ਲੋਕ ਵੀ ਜਿਹੜੇ ਹੈਗੇ ਡਾਵਾਂਡੋਲ ਸਥਿਤੀ ਦੇ ਵਿੱਚ ਨੇ, ਤਾਂ ਸਾਡੀ ਜਿਹੜੀ ਹੈਗੀ ਇੱਧਰ ਦਾਲ ਨਹੀਂ ਗਲਣੀ, ਫਿਰ ਉਹ ਅਕਾਲੀ ਦਲ ਦੇ ਵਿੱਚ ਜਾਣਗੇ। ਫਿਰ ਉਹ ਬਹੁਤਾ ਇਹਨਾਂ ਗੱਲਾਂ ਦੇ ਉੱਤੇ ਭਰੋਸਾ ਨਹੀਂ ਕਰਨਗੇ, ਕਿਉਂਕਿ ਅਕਾਲੀ ਦਲ ਦੇ ਵਿੱਚ ਤਾਂ ਉਹਨਾਂ ਨੂੰ ਜੋ ਕਹਿਣਗੇ ਉਹਨਾਂ ਨੂੰ ਹੋ ਸਕਦਾ ਕਿ ਇਹ ਵੀ ਕਿਹਾ ਹੋਵੇ ਜੇ ਆਪਣੀ ਸਰਕਾਰ ਬਣਦੀ ਹੈ ਤੁਹਾਨੂੰ ਮੰਤਰੀ ਵੀ ਬਣਾ ਦਿਆਂਗੇ, ਤਾਂ ਹੋ ਸਕਦਾ ਕਿ ਉਹਨਾਂ ਨੂੰ ਇਹ ਗੱਲ ਵੀ ਜਿਹੜੀ ਹੈਗੀ ਹੈ ਫੈਸਲਾ ਕੀਤਾ ਗਿਆ ਹੋਵੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੱਧਰ ਉਹਨਾਂ ਨੂੰ ਮਿਲੇਗਾ ਕਿ ਪਲੜਾ ਭਾਰੀ ਜਿੱਧਰ ਹੋ ਗਿਆ ਉਧਰ ਹੀ ਉਹਨਾਂ ਨੇ ਸ਼ਿਫਟ ਹੋ ਜਾਣਾ ਹੈ। ਕਿਉਂਕਿ ਇਦਾਂ ਦੇ ਜਦੋਂ ਅਸੀਂ ਲੀਡਰਸ਼ਿਪ ਦੇਖਦੇ ਹਾਂ, ਕੋਈ ਉਹਨਾਂ ਦੀ ਮੁੱਦਿਆਂ ਦੀ ਲੜਾਈ ਜਾਂ ਹੋਰ ਇਦਾਂ ਦੀ ਇਸ ਕਿਸਮ ਦੀ ਲੜਾਈ, ਵਿਚਾਰਧਾਰਾ ਦੀ ਲੜਾਈ ਨਹੀਂ ਹੁੰਦੀ। ਇਹ ਸਿਰਫ ਆਪਣੇ ਨਿੱਜੀ ਉਹਨਾਂ ਦੇ ਮਸਲੇ ਹੁੰਦੇ ਨੇ, ਨਿੱਜੀ ਜਿਹੜੀ ਹੈਗੀ ਹੈ ਸਿਆਸਤ ਹੁੰਦੀ ਹੈ। ਸੋ ਇਸ ਕਰਕੇ ਉਸੇ ਆਲੇ ਦੁਆਲੇ ਉਹ ਘੁੰਮਦੇ ਰਹਿੰਦੇ ਨੇ। ਸੋ ਮੈਂ ਫਿਰ ਇੱਕ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਕਿ ਇਹ ਦੌਰ ਇਦਾਂ ਦਾ ਹੁਣ ਦੌਰ ਨਹੀਂ, 21ਵੀਂ ਸਦੀ ਦਾ ਪੰਜਾਬ ਹੈ ਔਰ 21ਵੀਂ ਸਦੀ ਦੇ ਵਿੱਚ ਉਹ ਪੰਜਾਬ ਹੈ ਜਿਹੜਾ ਇਸ ਵੇਲੇ ਬਹੁਤ ਵੱਡੇ ਸੰਘਰਸ਼ਾਂ ਨੂੰ ਲੀਡ ਕਰ ਰਿਹਾ ਹੈ ਔਰ ਬਹੁਤ ਪੰਜਾਬ ਦਾ ਵੋਟਰ ਚੇਤਨ ਹੈ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੇਖੜੀ ਸਾਹਿਬ ਜਿਹੜੇ ਨੇ, ਜਿੱਧਰ ਉਹਨਾਂ ਨੂੰ ਲੱਗੂਗਾ ਕਿ ਮੈਨੂੰ ਫਾਇਦਾ ਹੋ ਰਿਹਾ ਉਧਰ ਹੀ ਜਾਣਗੇ, ਜਿੱਧਰ ਉਹਨੂੰ ਲੱਗੂਗਾ ਕਿ ਮੈਨੂੰ ਘਾਟਾ ਪੈ ਰਿਹਾ ਹੈ ਜਾਂ ਜੇ ਕੈਪਟਨ ਸਾਹਿਬ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਦੀ ਕਿਹੜਾ ਮੰਨੀ ਜਾਏਗੀ ਜਾਂ ਕੈਪਟਨ ਸਾਹਿਬ ਕਿਹੜਾ ਦੁਬਾਰਾ ਆਉਣਗੇ। ਸੋ ਜੇਕਰ ਇਦਾਂ ਦੀ ਕੋਈ ਗੱਲ ਉਹਨਾਂ ਨੂੰ ਨਜ਼ਰ ਦਿਖਾਈ ਦੇ ਰਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਦੁਬਾਰਾ ਕਾਂਗਰਸ ਦੇ ਵਿੱਚ ਰਹਿਣਗੇ। ਸੋ ਨਹੀਂ ਤਾਂ ਫਿਰ ਉਹ ਜਿਵੇਂ ਇੱਕ ਫੈਸਲਾ ਕਰ ਚੁੱਕੇ ਨੇ ਉਧਰ ਅਕਾਲੀ ਦਲ ਦੇ ਵਿੱਚ ਸ਼ਿਫਟ ਹੋ ਜਾਣਾ ਉਹਨਾਂ ਨੇ। ਜੀ ਸੁਖਿੰਦਰ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਇਹਨਾਂ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹੈ, ਵਿਚਾਰ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।